ਹੈਲੋ ਸਟੂਡੈਂਟਸ, ਅੱਜ ਅਸੀਂ ਸੈਕਿੰਡ ਪਾਰਟ ਲੈ ਕੇ ਹਾਜ਼ਰ ਹੋਏ ਹਾਂ। ਭਾਰਤੀ ਆਰੀਅਨ ਲੋਕ ਦਾ ਇੰਡੋ ਆਰੀਅਨਸ। ਇਸ ਤੋਂ ਪਹਿਲਾਂ ਅਸੀਂ ਫਸਟ ਪਾਰਟ ਸੀ ਜਿਹੜਾ ਉਹ ਕੰਪਲੀਟ ਕੀਤਾ ਸੀਗਾ, ਜਿਸ ਦੇ ਵਿੱਚ ਅਸੀਂ ਆਰੀਅਨ ਦੇ ਬਾਰੇ ਜੋ ਆਉਣ ਦਾ ਉਹਨਾਂ ਦਾ ਵੀ ਆਰੀਅਨ ਕਿੱਥੋਂ ਆਏ ਉਸ ਸੰਬੰਧੀ ਵੱਖ-ਵੱਖ ਸਿਧਾਂਤ ਸੀਗੇ, ਉਹਨਾਂ 'ਤੇ ਜਿਹੜੀ ਗੱਲਬਾਤ ਕੀਤੀ ਸੀ। ਤਾਂ ਉਸ ਤੋਂ ਬਾਅਦ ਆਰੀਅਨ ਦਾ ਵਿਸਥਾਰ, ਕਿੱਥੇ ਰਹੇ ਆਰੀਆ, ਕਿਹੜੇ-ਕਿਹੜੇ ਇਲਾਕਿਆਂ ਤੋਂ ਆਏ, ਫਿਰ ਕਦੋਂ ਆਏ, ਅਤੇ ਸਭ ਚੀਜ਼ਾਂ ਅਸੀਂ ਫਸਟ ਪਾਰਟ ਦੇ ਵਿੱਚ ਕੰਪਲੀਟ ਕੀਤੀਆਂ ਸੀ। ਤਾਂ ਅੱਜ ਅਸੀਂ ਸੈਕਿੰਡ ਪਾਰਟ ਹੈ ਜਿਹੜਾ, ਇਹਦੇ ਵਿੱਚ ਰਿਗਵੇਦਿਕ ਸੱਭਿਅਤਾ, ਇਹਨਾਂ ਦਾ ਜਿਹੜਾ ਜੀਵਨ ਸੀਗਾ, ਸਮਾਜਿਕ ਜੀਵਨ ਕਿਹੋ ਜਿਹਾ ਸੀ, ਰਾਜਨੀਤਿਕ ਜੀਵਨ ਕਿਹੋ ਜਿਹਾ ਸੀ, ਆਰਥਿਕ ਜਾਂ ਧਾਰਮਿਕ ਜੀਵਨ ਕਿਹੋ ਜਿਹਾ ਸੀ, ਇਸ ਬਾਰੇ ਜਿਹੜੀ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਰਿਗਵੇਦਿਕ ਸੱਭਿਅਤਾ ਵਿੱਚ ਇਹ ਦੋ ਪਾਰਟਾਂ ਦੇ ਵਿੱਚ ਵੰਡਿਆ ਜਾਂਦਾ। ਫਸਟ ਨੂੰ ਕਿਹਾ ਜਾਂਦਾ ਜਿਹੜੇ ਜੀ ਰਿਗਵੇਦਿਕ ਕਾਲ ਜਾਂ ਪੂਰਵ ਵੈਦਿਕ ਕਾਲ, ਪੂਰਵ ਵੈਦਿਕ ਕਾਲ, ਅਤੇ ਸੈਕਿੰਡ ਹੈਗਾ ਉੱਤਰ ਵੈਦਿਕ ਕਾਲ। ਅਸੀਂ ਦੋਵੇਂ ਨਾਲ ਨਾਲ ਪੜ੍ਹਾਂਗੇ ਤਾਂ ਜੋ ਕੋਈ ਸਮਝਣ ਦੇ ਵਿੱਚ ਕੋਈ ਔਖਾਈ ਨਾ ਆਵੇ। ਤਾਂ ਜਿਹੜਾ ਪੂਰਵ ਵੈਦਿਕ ਕਾਲ ਆ ਉਹ 1500 ਤੋਂ ਲੈ ਕੇ 1000 BC ਤੱਕ ਹੈ, ਅਤੇ ਜਿਹੜਾ ਉੱਤਰ ਵੈਦਿਕ ਕਾਲ ਆ 1000 BC ਤੋਂ ਲੈ ਕੇ 600 BC ਤੱਕ ਦਾ ਜਿਹੜਾ ਸਮਾਂ ਮੰਨਿਆ ਗਿਆ। ਹੁਣ ਅਸੀਂ ਦੋਵੇਂ ਨਾਲ ਨਾਲ ਪੜ੍ਹਾਂਗੇ। ਦੋਵਾਂ ਦਾ ਰਾਜਨੀਤਿਕ, ਸਭ ਤੋਂ ਪਹਿਲਾਂ ਅਸੀਂ ਰਾਜਨੀਤਿਕ ਜੀਵਨ ਪੜ੍ਹਾਂਗੇ ਇਹਨਾਂ ਦਾ, ਠੀਕ ਹੈ ਜੀ। ਤਾਂ ਸਮਝ ਆ ਗਈ ਹੋਣੀ ਹੈ ਵੀ ਪੂਰਵ ਵੈਦਿਕ ਕਾਲ ਜਿਹੜਾ 1000 BC ਤੋਂ ਪਹਿਲਾਂ ਦਾ ਸਮਾਂ, ਜਿਹੜਾ ਜਦੋਂ ਤੋਂ ਆਰੀਅਨ ਆਏ 1500 ਤੋਂ 1000 BC ਮੰਨਿਆ ਗਿਆ, ਤਾਂ ਉਹ ਪੂਰਵ ਵੈਦਿਕ ਕਾਲ ਹੈ। ਤਾਂ 1000 BC ਤੋਂ ਲੈ ਕੇ 600 BC ਹੈ ਜਿਹੜਾ ਉਹ ਉੱਤਰ ਵੈਦਿਕ ਕਾਲ ਮੰਨਿਆ ਗਿਆ। ਤਾਂ ਸਭ ਤੋਂ ਪਹਿਲਾਂ ਅਸੀਂ ਰਾਜਨੀਤਿਕ ਜੀਵਨ ਬਾਰੇ ਚਰਚਾ ਕਰਦੇ ਹਾਂ। ਤਾਂ ਰਾਜਨੀਤਿਕ ਜੀਵਨ ਦੇ ਵਿੱਚ ਪੂਰਵ ਵੈਦਿਕ ਕਾਲ ਦੇ ਵਿੱਚ ਸਭ ਤੋਂ ਪਹਿਲਾਂ ਪ੍ਰਸ਼ਾਸਨਿਕ ਢਾਂਚਾ ਕਿਸ ਤਰ੍ਹਾਂ ਦਾ ਸੀਗਾ ਉਸ ਸਮੇਂ ਦਾ। ਤਾਂ ਪ੍ਰਸ਼ਾਸਨਿਕ ਢਾਂਚੇ ਦੇ ਵਿੱਚ ਸਭ ਤੋਂ ਛੋਟੀ ਇਕਾਈ ਸੀ ਜਿਹੜੀ ਉਹ ਪਿੰਡ ਹੁੰਦੀ ਸੀ। ਤਾਂ ਪਿੰਡ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਗ੍ਰਹਿਪਤੀ ਜਾਂ ਕੁਲਪਤੀ। ਜੋ ਕਈ ਪਰਿਵਾਰਾਂ ਤੋਂ ਜਿਹੜਾ ਪਿੰਡ ਬਣਦਾ ਸੀਗਾ ਉਹਦਾ ਮੁਖੀਆ ਕੀ ਹੁੰਦਾ ਸੀ? ਗ੍ਰਾਮੀਣ ਹੁੰਦਾ ਸੀਗਾ। ਤਾਂ ਇੱਕ ਪਰਿਵਾਰ ਦੇ ਮੁਖੀ ਨੂੰ ਜਿਹੜਾ ਗ੍ਰਹਿਪਤੀ ਜਾਂ ਕੁਲਪਤੀ ਉਹ ਕਿਹਾ ਜਾਂਦਾ ਸੀ। ਪਿੰਡ ਦੇ ਮੁਖੀ ਨੂੰ ਗ੍ਰਾਮੀਣ, ਪਰਿਵਾਰ ਦਾ ਮੁਖੀ ਜਿਹੜਾ ਮੋਢੀ ਬੰਦਾ ਹੁੰਦਾ ਸੀ ਉਹਨੂੰ ਗ੍ਰਹਿਪਤੀ ਜਾਂ ਕੁਲਪਤੀ। ਅਤੇ ਪਿੰਡਾਂ ਤੋਂ ਮਿਲ ਕੇ ਇੱਕ ਵਿਸ਼ ਮਤਲਬ ਜ਼ਿਲ੍ਹਾ, ਜਿਹੜਾ ਆਧੁਨਿਕ ਆਪਾਂ ਜ਼ਿਲ੍ਹਾ ਕਹਿ ਦਿੰਦੇ ਹਾਂ, ਤਾਂ ਪਿੰਡਾਂ ਨੂੰ ਮਿਲ ਕੇ ਜ਼ਿਲ੍ਹਾ ਬਣਦਾ ਸੀਗਾ ਇੱਕ, ਜਿਹਨੂੰ ਵਿਸ਼ ਕਿਹਾ ਜਾਂਦਾ ਸੀ ਉਸ ਸਮੇਂ। ਅਤੇ ਉਹਦਾ ਮੁਖੀ, ਵਿਸ਼ ਦਾ ਮੁਖੀ ਹੁੰਦਾ ਸੀਗਾ ਵਿਸ਼ਪਤੀ। ਤਾਂ ਵਿਸ਼ ਜ਼ਿਲ੍ਹਿਆਂ ਤੋਂ ਮਿਲ ਕੇ ਜਨ ਬਣਦਾ ਸੀ। ਜਨ ਜਿਹਨੂੰ ਆਪਾਂ ਰਾਜ ਕਹਿ ਦਿੰਦੇ ਹਾਂ, ਜਿਵੇਂ ਆਪਣਾ ਪੰਜਾਬ ਰਾਜ ਹੈ, ਕਈ ਜ਼ਿਲ੍ਹੇ ਇਹਦੇ 'ਚ 22 ਜ਼ਿਲ੍ਹੇ ਆ ਜਾਂਦੇ ਆ। ਤਾਂ ਉਸ ਤਰ੍ਹਾਂ ਜ਼ਿਲ੍ਹਿਆਂ ਨੂੰ ਜਨ ਵਿਸ਼ ਤੋਂ ਮਿਲ ਕੇ ਇੱਕ ਜਨ ਰਾਜ ਬਣ ਜਾਂਦਾ ਸੀ। ਅਤੇ ਰਾਜ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਰਾਜਨ ਕਿਹਾ ਜਾਂਦਾ ਸੀ। ਵੈਰੀ ਇੰਪੋਰਟੈਂਟ ਜਿਹੜਾ ਪਹਿਲਾ ਪੁਆਇੰਟ ਹੈ, ਪ੍ਰਸ਼ਾਸਨਿਕ ਢਾਂਚਾ ਵੈਦਿਕ ਸੱਭਿਅਤਾ ਦੇ ਵਿੱਚ ਪੂਰਵ ਵੈਦਿਕ ਕਾਲ ਦਾ 1500 ਤੋਂ ਲੈ ਕੇ 1000 BC ਤੱਕ ਦਾ ਜਿਹੜਾ ਹੈਗਾ, ਸਭ ਤੋਂ ਛੋਟੀ ਇਕਾਈ ਹੈ ਜਿਹੜੀ ਉਹ ਕਿਹੜੀ ਹੈ? ਪਰਿਵਾਰ ਹੈ। ਪਰਿਵਾਰ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਗ੍ਰਹਿਪਤੀ ਜਾਂ ਕੁਲਪਤੀ। ਪਰਿਵਾਰਾਂ ਨੂੰ ਮਿਲ ਕੇ ਪਿੰਡ ਬਣਦਾ ਸੀ। ਪਿੰਡ ਦੇ ਮੁਖੀ ਨੂੰ ਗ੍ਰਾਮੀਣ ਕਿਹਾ ਜਾਂਦਾ ਸੀਗਾ। ਪਿੰਡਾਂ ਤੋਂ ਮਿਲ ਕੇ ਵਿਸ਼ ਬਣਦਾ ਸੀ, ਜਿਹਨੂੰ ਜ਼ਿਲ੍ਹਾ ਵੀ ਕਿਹਾ ਜਾਂਦਾ ਸੀ। ਤਾਂ ਉਹਦਾ ਮੁਖੀ ਸੀਗਾ ਜਿਹੜਾ ਵਿਸ਼ਪਤੀ ਹੁੰਦਾ ਸੀ। ਅਤੇ ਵਿਸ਼ ਤੋਂ ਮਿਲ ਕੇ ਜਨ ਬਣਦਾ ਸੀ, ਜਿਹਨੂੰ ਰਾਜ ਕਿਹਾ ਜਾਂਦਾ ਸੀ। ਅਤੇ ਜਨ ਦਾ ਜਿਹੜਾ ਮੁਖੀ ਹੁੰਦਾ ਸੀ ਉਹ ਰਾਜਨ, ਜੋ ਰਾਜਾ ਹੋਇਆ ਕਰਦਾ ਸੀ। ਰਾਜਨ ਜੋ ਰਾਜਾ ਸੀਗਾ ਉਸ ਸਮੇਂ ਦਾ, ਠੀਕ ਹੈ ਜੀ। ਤਾਂ ਨੈਕਸਟ ਚੱਲਦੇ ਹਾਂ ਅਸੀਂ। ਪਹਿਲਾਂ ਸੈਕਿੰਡ ਪਾਰਟ ਇਸੇ ਦਾ ਹੀ ਲਵਾਂਗੇ ਅਸੀਂ, ਰਾਜਨ,
ਤਾਂ ਪੂਰਵ ਵੈਦਿਕ ਕਾਲ ਦੇ ਵਿੱਚ ਜਿਹੜਾ ਰਾਜਨ ਸੀ, ਰਾਜ ਦਾ ਮੁਖੀ ਹੋਇਆ ਕਰਦਾ ਸੀਗਾ, ਤਾਂ ਉਹਦੀ ਗੱਦੀ ਤੋਂ ਉਤਾਰ ਵੀ ਦਿੱਤਾ ਜਾ ਸਕਦਾ ਸੀ ਲੋਕਾਂ ਦੁਆਰਾ। ਉਹਨੂੰ ਰਾਜਨ ਨੂੰ ਜਿਹੜਾ ਗੱਦੀ ਤੋਂ ਉਤਾਰਨ ਦਾ ਅਧਿਕਾਰ ਸੀਗਾ। ਜੇਕਰ ਜ਼ਾਲਮ ਹੁੰਦਾ ਸੀ ਰਾਜਾ, ਨਿਰਦਈ ਹੁੰਦਾ ਸੀ, ਪ੍ਰਜਾ ਦੀ ਰੱਖਿਆ ਨਹੀਂ ਕਰਦਾ ਸੀ, ਤਾਂ ਪ੍ਰਜਾ ਦਾ ਜਿਹੜਾ ਧਿਆਨ ਰੱਖਣਾ ਉਹ ਰਾਜੇ ਦਾ ਕੰਮ ਹੁੰਦਾ ਸੀ, ਰੱਖਿਆ ਕਰਨੀ ਉਹਦੀ। ਤਾਂ ਪ੍ਰਜਾ ਦੀ ਰੱਖਿਆ ਕਰਨਾ, ਰਾਜ ਵਿੱਚ ਸ਼ਾਂਤੀ ਬਣਾ ਕੇ ਰੱਖਣਾ, ਯੁੱਧ ਵਿੱਚ ਫੌਜ ਦੀ ਅਗਵਾਈ ਕਰਨਾ, ਸ਼ਾਸਨ ਪ੍ਰਬੰਧ ਨੂੰ ਚਲਾਉਣਾ, ਤਾਂ ਸਾਰੇ ਕੰਮ ਸੀ ਰਾਜੇ ਦੇ ਸੀਗੇ। ਅਤੇ ਰਾਜੇ ਨੂੰ ਜਨਤਾ ਸੀ ਜਿਹੜੀ ਉਹ ਉਪਹਾਰ ਵੀ ਦਿਆ ਕਰਦੀ ਸੀ। ਤਾਂ ਹੁਣ ਅਸੀਂ ਦੂਸਰੇ ਪਾਸੇ ਦੇਖਦੇ ਹਾਂ ਰਾਜਾ। ਇੱਧਰ ਵੀ ਰਾਜਾ, ਸੇਮ ਪੁਆਇੰਟ ਚੱਲਣਗੇ ਲਗਭਗ ਬਰਾਬਰ। ਤਾਂ ਇਸ ਦੇ ਵਿੱਚ ਕੀ ਦੇਖਦੇ ਹਾਂ ਅਸੀਂ, ਉਹੀ ਰਾਜਨੀਤਿਕ ਜੀਵਨ, ਇਹਦਾ ਵੀ ਆਪਾਂ ਪੜ੍ਹਨਾ ਹੈ, ਉੱਤਰ ਵੈਦਿਕ ਕਾਲ ਦਾ। ਤਾਂ ਰਾਜਿਆਂ ਦੀਆਂ ਜਿਹੜੀਆਂ ਸ਼ਕਤੀਆਂ ਵੱਧ ਗਈਆਂ ਸੀ ਇਸ ਪੂਰਵ ਵੈਦਿਕ ਕਾਲ ਨਾਲੋਂ। ਰਾਜੇ ਦੀਆਂ ਸ਼ਕਤੀਆਂ ਦੇ ਵਿੱਚ ਵਾਧਾ ਹੋ ਗਿਆ ਸੀ। ਕਿਵੇਂ ਵਾਧਾ ਹੋਇਆ? ਸਰਵੋਤਮ ਜਾਂ ਰਾਜਧਰਾਜ, ਚੱਕਰਵਰਤੀ ਜਿਹੜੀਆਂ ਉਪਾਧੀਆਂ ਸੀ ਜਿਹੜੇ ਉਹ ਰਾਜੇ ਧਾਰਨ ਕਰਨ ਲੱਗੇ। ਦੇਵੀ ਅਧਿਕਾਰਾਂ ਦੇ ਸਿਧਾਂਤਾਂ ਵਿੱਚ ਵੀ ਵਿਸ਼ਵਾਸ ਰੱਖਦੇ ਸੀਗੇ ਉਹ ਰਾਜੇ। ਪਦਵੀ ਜੱਦੀ ਹੋ ਗਈ। ਇੱਧਰ ਅਸੀਂ ਪੂਰਵ ਵੈਦਿਕ ਕਾਲ ਦੇ ਵਿੱਚ ਵੇਖਿਆ ਸੀਗਾ ਜਿਹੜੀ ਪਦਵੀ ਸੀ ਉਹ ਜੱਦੀ ਨਹੀਂ ਸੀਗੀ, ਉਹਨੂੰ ਉਤਾਰ ਦਿੱਤਾ ਜਾਂਦਾ ਸੀ। ਪਦਵੀ ਜੱਦੀ ਹੋ ਗਈ ਹੁਣ ਉੱਤਰ ਵੈਦਿਕ ਕਾਲ ਦੇ ਵਿੱਚ, ਜਿਹੜੀ ਪਦਵੀ ਸੀ ਉਹ ਜੱਦੀ ਹੋ ਗਈ। ਤਾਂ ਇਸ ਤੋਂ ਇਲਾਵਾ ਰਾਜੇ ਜਿਹੜਾ ਆਪਣੀਆਂ ਸ਼ਕਤੀਆਂ ਦਾ ਪ੍ਰਗਟਾਵਾ ਕਰਨ ਲਈ ਅਸ਼ਵਮੇਘ ਯੱਗ ਕਰਿਆ ਕਰਦੇ ਸੀ, ਰਾਜਸੂਸ ਯੱਗ ਕਰਿਆ ਕਰਦੇ ਸੀ, ਵਾਜਪੇਈ ਯੱਗ ਕਰਿਆ ਕਰਦੇ ਸੀ। ਅਸ਼ਵਮੇਧ ਦੇ ਵਿੱਚ ਕੀ ਸੀਗਾ, ਜਿਹੜਾ ਜੱਗ ਸੀਗਾ ਉਹਦੇ ਵਿੱਚ ਰਾਜਾ ਇੱਕ ਘੋੜਾ ਛੱਡ ਦਿੰਦਾ ਸੀ, ਜਿੱਥੋਂ ਦੀ ਉਹ ਲੰਘ ਜਾਂਦਾ ਸੀਗਾ ਘੋੜਾ, ਉੱਥੋਂ ਦੇ ਰਾਜੇ ਸੀ ਜਿਹੜੇ ਉਹਨਾਂ ਨੂੰ ਈਨ ਮੰਨਣੀ ਪੈਂਦੀ ਸੀ, ਮਤਲਬ ਕਿ ਆਪਦੀ ਹਾਰ ਮੰਨਣੀ ਪੈਂਦੀ ਸੀ ਉਹ ਜਿਹੜੇ ਰਾਜੇ ਦਾ ਘੋੜਾ ਆਇਆ ਹੁੰਦਾ ਸੀ ਉਹਦੇ ਤੋਂ। ਅਤੇ ਜੇਕਰ ਉਹ ਅਜਿਹਾ ਨਹੀਂ ਕਰਦਾ ਸੀ ਤਾਂ ਉਹਨੂੰ ਫਿਰ ਯੁੱਧ ਕਰਨਾ ਪੈਂਦਾ ਸੀ ਉਸ ਰਾਜੇ ਦੇ ਨਾਲ। ਅਸੀਂ ਦੇਖਿਆ ਰਾਜਨ ਪੂਰਵ ਵੈਦਿਕ ਕਾਲ ਦਾ ਵੀ ਜੱਦੀ ਨਹੀਂ ਸੀਗਾ, ਉਤਾਰ ਦਿੱਤਾ ਜਾਂਦਾ ਸੀ, ਸ਼ਕਤੀਆਂ ਘੱਟ ਸੀ। ਉੱਤਰ ਵੈਦਿਕ ਕਾਲ ਦੇ ਵਿੱਚ ਸ਼ਕਤੀਆਂ ਵੱਧ ਗਈਆਂ, ਯੱਗ ਕਰਨ ਲੱਗੇ, ਪਦ ਸੀਗਾ ਜਿਹੜਾ ਉਹ ਜੱਦੀ ਹੋ ਗਿਆ। ਹੁਣ ਅਸੀਂ ਦੇਖਦੇ ਹਾਂ ਮੰਤਰੀ। ਪੂਰਵ ਵੈਦਿਕ ਕਾਲ ਦੇ ਵਿੱਚ ਜਿਹੜੇ ਮੰਤਰੀ ਸੀ ਉਹ ਕਿਹੜੇ ਕਿਹੜੇ ਸੀ? ਪੁਰੋਹਿਤ ਸੀ, ਸੈਨਾਨੀ ਸੀ, ਗ੍ਰਾਮੀਣ ਸੀ। ਪੁਰੋਹਿਤ ਦਾ ਜਿਹੜਾ ਕੰਮ ਸੀਗਾ ਉਹ ਧਾਰਮਿਕ ਅਤੇ ਰਾਜਨੀਤਿਕ ਮਾਮਲਿਆਂ ਦੀ ਜਿਹੜੀ ਸਲਾਹ ਦੇਣਾ ਸੀ ਜਾਂ ਜਿੱਤ ਲਈ ਪ੍ਰਾਰਥਨਾ ਕਰਨਾ ਸੀਗਾ, ਜਿਹੜੇ ਪੰਡਤ ਲੋਕ ਸੀ ਉਸ। ਸੈਨਾਨੀ ਸੀ ਜਿਹੜੇ ਸੈਨਾ ਦੀ ਅਗਵਾਈ ਜਾਂ ਯੁੱਧ ਸੰਬੰਧੀ ਜਿਹੜੀ ਸਲਾਹ ਦਿੰਦੇ ਸੀ। ਗ੍ਰਾਮੀਣ ਪਿੰਡ ਦਾ ਪ੍ਰਬੰਧ ਚਲਾਉਂਦਾ ਸੀਗਾ, ਪਿੰਡ ਦਾ ਮੁਖੀ ਹੁੰਦਾ ਸੀ ਗ੍ਰਾਮੀਣ। ਰਾਜਾ ਦਖਲਅੰਦਾਜ਼ੀ ਪਿੰਡਾਂ 'ਚ ਨਹੀਂ ਕਰਿਆ ਕਰਦਾ ਸੀ। ਤਾਂ ਦੂਸਰੇ ਪਾਸੇ ਦੇਖਦੇ ਹਾਂ ਅਸੀਂ, ਤਾਂ ਇੱਧਰੋਂ ਮੰਤਰੀਆਂ ਦੀ ਗਿਣਤੀ ਵੱਧ ਗਈ ਸੀਗੀ। ਉੱਤਰ ਵੈਦਿਕ ਕਾਲ ਦੇ ਵਿੱਚ ਮੰਤਰੀਆਂ ਦੀ ਗਿਣਤੀ ਸੀ ਜਿਹੜੀ ਉਹ ਵੱਧ ਗਈ ਸੀ। ਪੁਰੋਹਿਤ, ਸੈਨਾਨੀ, ਗ੍ਰਾਮੀਣ ਜਿਹੜੇ ਇੱਧਰ ਤਿੰਨ ਮੰਤਰੀ ਸੀ, ਇਹਨਾਂ ਤੋਂ ਇਲਾਵਾ ਹੋਰ ਆ ਗਏ ਅਗਰਹਿਤਰੀ ਜਿਹਨੂੰ ਖਜ਼ਾਨਚੀ ਕਿਹਾ ਜਾਂਦਾ ਸੀ। ਇੱਕ ਭਾਗ 2 ਮੰਤਰੀ ਸੀ ਜਿਹੜਾ ਕਰ ਇਕੱਠਾ ਕਰਿਆ ਕਰਦਾ ਸੀਗਾ। ਇੱਕ ਸੂਤ ਹੋਇਆ ਕਰਦਾ ਸੀ ਜਿਹਨੂੰ ਰੱਥਵਾਨ ਦਾ ਜਿਹੜਾ ਕੰਮ ਸੀਗਾ ਉਹ ਸੂਤ ਕਰਿਆ ਕਰਦਾ ਸੀ। ਅਤੇ ਮੰਤਰਾਂ ਨੂੰ ਉਸ ਸਮੇਂ ਕੀ ਕਿਹਾ ਜਾਂਦਾ ਸੀ? ਰਤਨਿਨ। ਮੰਤਰੀਆਂ ਨੂੰ ਕੀ ਕਿਹਾ ਜਾਂਦਾ ਸੀਗਾ? ਰਤਨਿਨ ਕਿਹਾ ਜਾਂਦਾ ਸੀਗਾ। ਠੀਕ ਹੈ ਜੀ। ਅੱਗੇ ਅਸੀਂ ਸਭਾ ਅਤੇ ਸਮਿਤੀ, ਦੋ ਮਹੱਤਵਪੂਰਨ ਜਿਹੜੀਆਂ ਸਮਿਤੀਆਂ ਸੀਗੀਆਂ, ਜਿਵੇਂ ਅੱਜ ਗ੍ਰਾਮ ਸਭਾ ਅਤੇ ਗ੍ਰਾਮ ਪੰਚਾਇਤ ਹੁੰਦੀ ਆ, ਉਸ ਤਰ੍ਹਾਂ ਹੀ ਸਭਾ ਅਤੇ ਸਮਿਤੀ ਦਾ ਕੰਮ ਚੱਲਦਾ ਸੀ। ਇੱਧਰ ਵੀ ਉਹੀ ਸਭਾ ਅਤੇ ਸਮਿਤੀ ਸੀ, ਪਰ ਇਹਦੀਆਂ ਸ਼ਕਤੀਆਂ ਸੀ ਜਿਹੜੀਆਂ ਘਟ ਗਈਆਂ ਸੀ
ਕਿਉਂਕਿ ਜਿਹੜਾ ਪੂਰਵ ਵੈਦਿਕ ਕਾਲ ਦੇ ਵਿੱਚ ਸਭਾ ਦੀ ਸਮਿਤੀ ਸੀ ਜਿਹੜੀ ਉਹ ਰਾਜੇ ਨੂੰ ਗੱਦੀ ਤੋਂ ਹਟਾ ਸਕਦੀ ਸੀ, ਪਰ ਉੱਤਰ ਵੈਦਿਕ ਕਾਲ ਦੇ ਵਿੱਚ ਉਹ ਗੱਦੀ ਤੋਂ ਨਹੀਂ ਹਟਾ ਸਕਦੀ ਸੀ। ਅਤੇ ਇਸੇ ਦੇ ਵਿੱਚ ਅੱਗੇ ਦੇਖਦੇ ਅਸੀਂ ਇਹਨਾਂ ਦਾ ਨਿਆਂ ਪ੍ਰਬੰਧ। ਨਿਆਂ ਪ੍ਰਬੰਧ ਰਾਜਾ ਵੱਡਾ ਨਿਆਂਧੀਸ਼ ਸੀਗਾ। ਅਸੀਂ ਪੂਰਵ ਵੈਦਿਕ ਕਾਲ ਦੇ ਵਿੱਚ ਵੇਖਦੇ ਹਾਂ। ਪਹਿਲਾਂ ਸਭ ਤੋਂ ਵੱਡਾ ਨਿਆਂਧੀਸ਼ ਰਾਜਾ ਸੀ। ਜਿਹੜੇ ਰੋਗੀ ਸੀ, ਡਕੈਤੀ ਸੀ, ਪਸ਼ੂ ਚੋਰੀ ਕਰਨ ਵਾਲੇ ਸੀ, ਇਹਨਾਂ ਦਾ ਜਿਹੜਾ ਮੁੱਖ ਅਪਰਾਧ ਸੀਗਾ ਚੋਰੀ ਕਰਨਾ, ਡਕੈਤੀ ਕਰਨਾ, ਪਸ਼ੂਆਂ ਦੀ ਚੋਰੀ ਕਰਨਾ, ਹੱਤਿਆ ਕਰਨਾ, ਇਹ ਮੁੱਖ ਅਪਰਾਧ ਮੰਨੇ ਗਏ ਸੀ। ਸਜ਼ਾਵਾਂ ਸਖਤ ਸਨ, ਪਰ ਮੌਤ ਦੀ ਸਜ਼ਾ ਜਿਹੜੀ ਉਸ ਸਮੇਂ ਨਹੀਂ ਦਿੱਤੀ ਜਾਂਦੀ ਸੀਗੀ। ਤਾਂ ਦੂਸਰੇ ਪਾਸੇ ਦੇਖਦੇ ਅਸੀਂ ਜਿਹੜਾ ਨਿਆਂ ਪ੍ਰਬੰਧ ਹੈ ਉੱਤਰ ਵੈਦਿਕ ਕਾਲ ਦਾ, ਅੰਤੋਂ ਫੈਸਲਾ ਰਾਜੇ ਦਾ ਹੀ ਸੀ। ਇਹ 'ਚ ਵੀ ਜਿਹੜਾ ਸਭ ਤੋਂ ਵੱਡਾ ਨਿਆਂਧੀਸ਼ ਕੌਣ ਸੀ? ਰਾਜਾ। ਅਤੇ ਉਸੇ ਦਾ ਹੀ ਜਿਹੜਾ ਅੰਤਿਮ ਫੈਸਲਾ ਹੁੰਦਾ ਸੀ। ਤਾਂ ਕੁੱਲ ਅਧਿਕਾਰੀ ਵੀ ਨਿਯੁਕਤ ਕੀਤੇ ਜਾਂਦੇ ਸੀ। ਕੁਝ ਅਧਿਕਾਰੀ ਹੋਰ ਹੈ ਜਿਹੜੇ ਉਹ ਨਿਯੁਕਤ ਕਰ ਦਿੰਦਾ ਸੀ ਰਾਜਾ ਅੱਗੇ। ਸਜ਼ਾਵਾਂ ਹੋਰ ਵੀ ਸਖਤ ਹੋ ਗਈਆਂ। ਮੌਤ ਦੀ ਸਜ਼ਾ ਵੀ ਦਿੱਤੀ ਜਾਂਦੀ ਸੀ। ਪੂਰਵ ਵੈਦਿਕ ਕਾਲ ਦੇ ਵਿੱਚ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ। ਉੱਤਰ ਵੈਦਿਕ ਕਾਲ ਦੇ ਵਿੱਚ ਮੌਤ ਦੀ ਸਜ਼ਾ ਵੀ ਦਿੱਤੀ ਜਾਣ ਲੱਗ ਗਈ। ਕਸੂਰਵਾਰ ਤੋਂ ਬੇਕਸੂਰ ਸਾਬਤ ਕਰਨ ਲਈ, ਜੇ ਕਿਸੇ ਬੰਦੇ 'ਤੇ ਕੋਈ ਦੋਸ਼ ਲੱਗਿਆ, ਮਤਲਬ ਕਿ ਉਹਨੇ ਕੋਈ ਕਸੂਰ ਕੀਤਾ ਤਾਂ ਉਹ ਆਪਣਾ ਸਫਾਈ ਦੇਣੀ ਚਾਹੁੰਦਾ, ਤਾਂ ਉਹਦੇ ਵਾਸਤੇ ਅਗਨੀ ਪ੍ਰੀਖਿਆ ਸੀ ਜਿਹੜੀ ਉਹ ਲਈ ਜਾਇਆ ਕਰਦੀ ਸੀ, ਜਿਹੜੀ ਬਹੁਤ ਔਖੀ ਹੋਇਆ ਕਰਦੀ ਸੀ। ਤਾਂ ਇਸ ਦੇ ਵਿੱਚ ਅਸੀਂ ਅੱਗੇ ਦੇਖਦੇ ਇਹਨਾਂ ਦਾ ਯੁੱਧ ਕਰਨ ਦਾ ਢੰਗ। ਪੂਰਵ ਵੈਦਿਕ ਕਾਲ ਦੇ ਵਿੱਚ ਯੁੱਧ ਕਰਨ ਦਾ ਜਿਹੜਾ ਢੰਗ ਸੀਗਾ ਉਹ ਰਾਜੇ ਦੀ ਉੱਚ ਕਰਮਚਾਰੀ ਸੀ। ਜਿਹੜੇ ਰਾਜ ਦੇ ਜਿਹੜੇ ਉੱਚ ਕਰਮਚਾਰੀ ਸੀ, ਰੱਥਾਂ 'ਤੇ ਚੜ੍ਹ ਕੇ, ਬਾਕੀ ਪੈਦਲ, ਤੀਰ ਕਮਾਨ ਮੁਖੀ ਵੀ ਹੁੰਦੇ ਸੀ ਉਦੋਂ, ਤਲਵਾਰਾਂ, ਭਾਲੇ, ਬਰਛੇ, ਕੁਹਾੜਿਆਂ ਦੇ ਨਾਲ ਸੀ ਜਿਹੜਾ ਉਦੋਂ ਯੁੱਧ ਕੀਤਾ ਜਾਂਦਾ ਸੀਗਾ। ਤਾਂ ਦੂਸਰੇ ਪਾਸੇ ਦੇਖਦੇ ਅਸੀਂ ਉੱਤਰ ਵੈਦਿਕ ਕਾਲ ਦੇ ਵਿੱਚ ਫੌਜ ਰੱਖਣੀ ਜ਼ਰੂਰੀ ਸੀ। ਸ਼ੁਰੂ ਕਰਤੀ ਉਹਨਾਂ ਨੇ ਫੌਜ ਰੱਖਣੀ, ਸਥਾਈ ਫੌਜ ਰੱਖਦੇ ਹੁੰਦੇ ਸੀ ਆਪਣੀ ਪੱਕੀ। ਪੈਦਲ ਹੁੰਦੇ ਸੀ, ਇਹ 'ਚ ਘੋੜ ਸਵਾਰ ਹੋ ਗਏ, ਰੱਥ ਸੈਨਾ ਹੋ ਗਈ, ਹਾਥੀਆਂ ਦੀ ਫੌਜ ਵੀ ਲੈ ਕੇ ਆਇਓ। ਤਾਂ ਪਰ ਨਵੇਂ ਜਿਹੜੀ ਅਗਵਾਈ ਸੀ, ਯੁੱਧ ਤੋਂ ਪਹਿਲਾਂ ਕੁਝ ਸ਼ਕਤੀਆਂ ਜਿਹੜੀਆਂ ਸ਼ਰਤਾਂ ਸੀਗੀਆਂ ਉਹ ਨਿਸ਼ਚਿਤ ਕਰ ਲਈਆਂ ਜਾਂਦੀਆਂ। ਜਦੋਂ ਕਿਸੇ ਨਾਲ ਕੋਈ ਯੁੱਧ ਕਰਨਾ ਹੁੰਦਾ ਸੀ ਤਾਂ ਕੁਝ ਸ਼ਰਤਾਂ ਸੀ ਜਿਹੜੀਆਂ ਨਿਸ਼ਚਿਤ ਕਰ ਲਈਆਂ ਜਾਂਦੀਆਂ ਸੀ, ਜਿਨ੍ਹਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੋਇਆ ਕਰਦੀ ਸੀ। ਇਸ ਦਾ ਜੇ ਸਕਰੀਨਸ਼ਾਟ ਲੈਣਾ ਤਾਂ ਤੁਸੀਂ ਲੈ ਸਕਦੇ ਹੋ, 2 ਪਾਰਟਾਂ ਦੇ ਵਿੱਚ। ਹਾਂਜੀ, ਨੈਕਸਟ ਦੇਖਦੇ ਅਸੀਂ ਇਹਨਾਂ ਦਾ ਸਮਾਜਿਕ ਜੀਵਨ। ਇਹਦੇ ਵਿੱਚ ਵੀ ਅਸੀਂ ਦੋਵੇਂ ਪੂਰਵ ਵੈਦਿਕ ਅਤੇ ਉੱਤਰ ਵੈਦਿਕ, ਤਾਂ ਦੋਵਾਂ ਨੂੰ 2 ਭਾਗਾਂ ਦੇ ਵਿੱਚ ਜਿਹੜਾ ਵੰਡਿਆ ਜਾਂਦਾ, ਤਾਂ ਇਹ ਕਿ ਜਿਹੜਾ ਪੜ੍ਹਨਾ ਉਹ ਸੌਖਾ ਹੋ ਜੀ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਸਮਾਜਿਕ ਜੀਵਨ ਦੇ ਵਿੱਚ ਪੂਰਵ ਵੈਦਿਕ ਕਾਲ ਦੇ ਵਿੱਚ ਪਰਿਵਾਰ। ਆਪਾਂ ਪਿੱਛੇ ਵੀ ਗੱਲ ਕੀਤੀ ਹੈ, ਪਿਤਾ ਪ੍ਰਧਾਨ ਸੀਗਾ, ਬਜ਼ੁਰਗ ਆਦਮੀ ਜਿਹੜਾ ਇਸ ਦਾ ਮੁਖੀ, ਪਰਿਵਾਰ ਦਾ ਮੁਖੀ ਹੋ ਜਾਂਦਾ ਸੀ, ਉਹਨੂੰ ਕੀ ਕਿਹਾ ਜਾਂਦਾ ਸੀ? ਕੁਲਪਤੀ ਤੇ ਗ੍ਰਹਿਪਤੀ। ਅਤੇ ਮੁੰਡਾ ਹੋਣਾ ਪਰਿਵਾਰ ਦੇ ਵਿੱਚ ਜ਼ਰੂਰੀ ਸਮਝਿਆ ਜਾਂਦਾ ਸੀ ਉਸ ਸਮੇਂ। ਤਾਂ ਉੱਤਰ ਵੈਦਿਕ ਕਾਲ ਦੇ ਵਿੱਚ ਵੀ ਪਰਿਵਾਰ ਉਹੀ ਸੇਮ ਪੂਰਵ ਵੈਦਿਕ ਕਾਲ ਵਾਲਾ ਵੀ ਪਿਤਾ ਪ੍ਰਧਾਨ ਸੀਗਾ, ਬਜ਼ੁਰਗ ਆਦਮੀ ਦਾ ਮੁਖੀ ਹੁੰਦਾ ਸੀ, ਤਾਂ ਉਹਦਾ ਜਿਹੜਾ ਉਹਨੂੰ ਕੁਲਪਤੀ ਜਾਂ ਗ੍ਰਹਿਪਤੀ ਕਿਹਾ ਜਾਂਦਾ ਸੀ, ਅਤੇ ਮੁੰਡਾ ਹੋਣਾ ਉਦੋਂ ਵੀ ਜ਼ਰੂਰੀ ਸੀ। ਤਾਂ ਇਸਤਰੀਆਂ ਦੀ ਦਸ਼ਾ ਪੂਰਵ ਵੈਦਿਕ ਕਾਲ ਦੇ ਵਿੱਚ ਇਸਤਰੀਆਂ ਦਾ ਸਤਿਕਾਰ ਕੀਤਾ ਜਾਂਦਾ ਸੀਗਾ।
ਪੁਰਸ਼ਾਂ ਦੇ ਬਰਾਬਰ ਅਧਿਕਾਰ ਦਿੱਤੇ ਜਾਂਦੇ ਸੀਗੇ। ਮਰਜ਼ੀ ਅਨੁਸਾਰ ਉਹ ਇਸਤਰੀਆਂ ਸੀ ਜਿਹੜੀਆਂ ਉਦੋਂ ਪਤੀ ਵੀ ਚੁਣ ਸਕਦੀਆਂ ਸੀ। ਪਰ ਇਸਤਰੀਆਂ ਦੀ ਦਿਸ਼ਾ ਉੱਤਰ ਵੈਦਿਕ ਕਾਲ ਦੇ ਵਿੱਚ ਆ ਕੇ ਪਹਿਲਾਂ ਨਾਲੋਂ ਬਦਲ ਗਈ ਹੈ। ਲੜਕੀ ਦਾ ਜਨਮ ਹੋਣ ਤੋਂ ਦੁੱਖ ਦਾ ਕਾਰਨ ਸਮਝਿਆ ਜਾਣ ਲੱਗ ਗਿਆ। ਪਿਤਾ ਦੀ ਜਾਇਦਾਦ ਦੇ ਵਿੱਚ ਉਹ ਹਿੱਸਾ ਨਹੀਂ ਦਿੱਤਾ ਜਾਂਦਾ ਸੀਗਾ ਲੜਕੀ ਨੂੰ, ਅਤੇ ਬਾਲ ਵਿਆਹ ਸੀ ਜਿਹੜਾ ਛੋਟੀ ਉਮਰ ਦੇ ਵਿੱਚ ਜਿਹੜਾ ਬੱਚਿਆਂ ਦਾ ਵਿਆਹ ਉਹ ਕਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਜਿਹੜੀ ਇਸਤਰੀ ਦਿਸ਼ਾ ਸੀ ਉਹ ਉੱਤਰ ਵੈਦਿਕ ਕਾਲ ਦੇ ਵਿੱਚ ਆ ਕੇ ਮਤਲਬ ਕਿ 1000 ਇਸ BC ਤੋਂ ਲੈ ਕੇ 600 BC ਦੇ ਵਿੱਚ ਜਿਹੜੀ ਸੋ ਮਾੜੀ ਹੋ ਗਈ। ਉਸ ਤੋਂ ਅੱਗੇ ਅਸੀਂ ਦੇਖਦੇ ਹਾਂ ਜਾਤੀ ਪ੍ਰਥਾ। ਜਾਤੀ ਪ੍ਰਥਾ ਦੇ ਵਿੱਚ ਸਭ ਤੋਂ ਪਹਿਲਾਂ ਦੇਖਾਂਗੇ ਅਸੀਂ ਕਿੱਤਿਆਂ ਦੇ ਆਧਾਰ 'ਤੇ ਜਿਹੜੀ ਵਰਗ ਵੰਡ ਸੀ ਕੀਤੀ ਜਾਂਦੀ ਸੀ। ਮਤਲਬ ਕਿ ਜਾਤ ਦੇ ਆਧਾਰ 'ਤੇ ਨਹੀਂ ਵੀ ਜਿਹੜਾ ਕਿਸੇ ਜਾਤ ਦੇ ਵਿੱਚ ਜੰਮ ਪਿਆ ਉਹ ਉਸੇ ਜਾਤ ਦਾ ਹੀ ਹੈ, ਸਗੋਂ ਕਿੱਤਿਆਂ ਦੇ ਆਧਾਰ 'ਤੇ ਜਿਹੜਾ ਜਿਹੋ ਜਿਹਾ ਕੰਮ ਕਰਦਾ ਸੀ। ਜਿਵੇਂ ਬ੍ਰਾਹਮਣ 4 ਜਾਤਾਂ ਸੀ ਉਸ ਸਮੇਂ, ਕਸ਼ਤਰੀ, ਵੈਸ਼ ਅਤੇ ਸ਼ੂਦਰ, ਅਤੇ ਯੋਗਤਾ ਦੇ ਆਧਾਰ 'ਤੇ ਕੋਈ ਵੀ ਹੋਰ ਜਾਤ ਦੇ ਵਿੱਚ ਮਤਲਬ ਕਿ ਜਾ ਸਕਦਾ ਸੀ। ਕੋਈ ਵੀ ਧੰਦਾ ਉਹ ਅਪਣਾ ਸਕਦਾ ਸੀ। ਜਿਹੜਾ ਬੰਦਾ ਯੋਗ ਸੀ ਤਾਂ ਕੋਈ ਵੀ ਧੰਦਾ ਉਹ ਅਪਣਾ ਸਕਦਾ ਸੀ, ਉਹ ਉਸੇ ਤਰ੍ਹਾਂ ਦੇ ਬਣ ਜਾਂਦਾ ਸੀ। ਜੇਕਰ ਸ਼ੂਦਰ ਬੰਦਾ ਵੀ ਪੜ੍ਹਨਾ ਲਿਖਣਾ ਸਿੱਖ ਜਾਂਦਾ ਸੀਗਾ ਤਾਂ ਉਹ ਬ੍ਰਾਹਮਣ ਵੀ ਬਣ ਸਕਦਾ ਸੀਗਾ। ਠੀਕ ਹੈ, ਇਸ ਤਰ੍ਹਾਂ ਯੁੱਧ ਕਰਨਾ ਸਿੱਖ ਸਕਦਾ ਸੀ ਤਾਂ ਉਹ ਕਸ਼ਤਰੀ ਵੀ ਬਣ ਸਕਦਾ ਸੀ, ਜਾਂ ਕਿਸਾਨੀ ਸਿੱਖ ਜਾਂਦਾ ਸੀ ਤਾਂ ਉਹ ਵੈਸ਼ ਵੀ ਬਣ ਸਕਦਾ ਸੀ। ਅਤੇ ਇਸੇ ਤਰ੍ਹਾਂ ਹੀ ਜਿਹੜਾ ਸੀਗਾ ਵਰਨ ਆਸ਼ਰਮ ਪ੍ਰਥਾ ਚੱਲ ਪਈ ਉੱਤਰ ਵੈਦਿਕ ਕਾਲ ਦੇ ਵਿੱਚ। ਜਾਤੀ ਪ੍ਰਥਾ ਵੀ ਸੀ। ਜਾਤੀ ਪ੍ਰਥਾ ਜਦੋਂ ਕਠੋਰ ਹੋ ਗਈ ਸੀ, ਬ੍ਰਾਹਮਣ, ਕਸ਼ਤਰੀ, ਵੈਸ਼ ਅਤੇ ਸ਼ੂਦਰੀ ਸੀ, ਉਹਨਾਂ 3 ਜਾਤਾਂ ਨੂੰ ਦਿਵਿਜ, ਪਹਿਲੀਆਂ 3 ਜਾਤਾਂ ਸੀ ਜਿਹੜਾ ਬ੍ਰਾਹਮਣ, ਕਸ਼ਤਰੀ ਅਤੇ ਵੈਸ਼ ਨੂੰ ਦਿਵਿਜ ਕਿਹਾ ਜਾਂਦਾ ਸੀਗਾ, ਜਾਂ ਦੂਜਾ ਜਨਮ ਦੀ ਪਦਵੀ ਜਿਹੜੀ ਇਹਨਾਂ ਨੂੰ ਦਿੱਤੀ ਜਾਂਦੀ ਸੀ। ਤਾਂ ਫਿਰ ਇਹਦੇ ਵਿੱਚ ਹੀ ਇਹਨਾਂ ਨੂੰ ਵਰਨ ਆਸ਼ਰਮ ਚੱਲ ਪਏ। ਪੂਰਾ ਜੀਵਨ ਨੂੰ 100 ਸਾਲ ਮੰਨ ਲਿਆ ਜਾਂਦਾ ਸੀ। ਤਾਂ ਉਹਦੇ 4 ਜਿਹੜੇ ਪਾਰਟ ਸੀਗੇ 25-25 ਸਾਲ ਦੇ, 25-25 ਸਾਲ ਹਰੇਕ ਭਾਗ ਨੂੰ ਮੰਨਿਆ ਜਾਂਦਾ ਸੀਗਾ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ 100 ਸਾਲ ਮੰਨ ਲਿਆ ਜਾਂਦਾ ਸੀ। 25 ਸਾਲ ਪਹਿਲੇ 25 ਸਾਲ ਸੀ ਬ੍ਰਹਮਚਰਿਆ ਪਾਲਣਾ ਕਰਦਾ ਸੀ ਬੰਦਾ। ਸੈਕੰਡ ਵਾਲੇ ਜਿਹੜੇ 25 ਸਾਲ ਸੀ ਮਤਲਬ ਕਿ 26 ਤੋਂ 50 ਤੱਕ ਉਹ ਗ੍ਰਹਿਸਥੀ ਜੀਵਨ ਪਰਿਵਾਰ ਦੇ ਵਿੱਚ ਰਹਿੰਦਾ ਸੀਗਾ, ਵਿਆਹ ਕਰਵਾਉਂਦਾ ਸੀਗਾ, ਬੱਚਿਆਂ ਦੇ ਨਾਲ ਰਹਿੰਦਾ ਸੀ। ਤਾਂ ਉਸ ਤੋਂ ਅਗਲਾ 25 ਸਾਲ ਵਾਣਪ੍ਰਸਥ, ਜੰਗਲਾਂ ਦੇ ਵਿੱਚ ਜਾ ਕੇ ਤਪੱਸਿਆ ਜਿਹੜੀ ਕਰਨੀ। ਤਾਂ ਲਾਸਟ ਵਾਲੇ ਜਿਹੜੇ 25 ਸਾਲ ਸੀ 75 ਤੋਂ 100 ਵਾਲੇ, ਉਦੋਂ ਸੰਨਿਆਸ ਉਹ ਧਾਰਨ ਕਰ ਲੈਂਦਾ ਸੀ ਅਤੇ ਆਪਣੇ ਜਿਹੜੇ ਪ੍ਰਾਣ ਨੂੰ ਉੱਥੇ ਤਿਆਗਦਾ ਸੀ। ਪਹਿਲਾ 25 ਸਾਲ ਬ੍ਰਹਮਚਰੀ ਜਿਹਦੇ ਵਿੱਚ ਉਹਦਾ ਬਚਪਨ ਆ ਗਿਆ ਜਾਂ ਉਹਦੀ ਪੜ੍ਹਾਈ ਲਿਖਾਈ ਪੂਰੀ ਕਰਕੇ ਆਉਂਦਾ ਸੀਗਾ ਤਾਂ ਪਹਿਲੇ 25 ਸਾਲ ਬ੍ਰਹਮਚਰੀ ਆ। ਅਗਲੇ 25 ਸਾਲ ਸੀ ਜਿਹੜੇ ਉਹਦੇ ਗ੍ਰਹਿਸਥ ਆਸ਼ਰਮ ਦੇ ਸੀ, ਕਿ ਪਰਿਵਾਰ ਦੇ ਵਿੱਚ ਰਹਿੰਦਾ ਸੀ, ਵਿਆਹ ਕਰਵਾਉਂਦਾ ਸੀਗਾ, ਬਾਲ ਬੱਚਿਆਂ ਨਾਲ ਰਿਹਾ ਕਰਦਾ ਸੀ। ਅਗਲੇ 25 ਸਾਲ ਸੀ ਜਿਹੜੇ ਵਾਣਪ੍ਰਸਥ, ਜੰਗਲਾਂ ਵਿੱਚ ਜਾ ਵੜਦਾ ਸੀ। ਤਾਂ ਉਸ ਤੋਂ ਅਗਲੇ ਲਾਸਟ 25 ਸਾਲ ਸੀ ਜਿਹੜੇ ਉਹ ਸੰਨਿਆਸ ਧਾਰਨ ਕਰਿਆ। ਤਾਂ ਉਸ ਤੋਂ ਅੱਗੇ ਦੇਖਦੇ ਅਸੀਂ ਸਿੱਖਿਆ। ਪ੍ਰਾਈਵੇਟ ਤੌਰ 'ਤੇ ਗੁਰੂਕੁਲਾਂ ਵਿੱਚ ਜਿਹੜੀ ਸਿੱਖਿਆ ਉਹ ਦਿੱਤੀ ਜਾਂਦੀ ਸੀ। ਇਹ ਜੰਗਲਾਂ ਵਿੱਚ ਹੁੰਦੇ ਸੀ ਗੁਰੂਕੁਲ ਜਿਹੜੇ ਉਸ ਸਮੇਂ। ਤਾਂ ਗੁਰੂ ਦਾ ਸਤਿਕਾਰ ਬੱਚੇ ਬਹੁਤ ਕਰਦੇ ਸੀ। ਸਿੱਖਿਆ ਮੁਫਤ ਸੀਗੀ। ਵਿਦਿਆਰਥੀ ਸੀ ਜਿਹੜੀ ਦਕਸ਼ਨਾ ਉਹ ਭੇਂਟਾ ਉਹ ਦੇ ਦਿਆ ਕਰਦੇ ਸੀ। ਤਾਂ ਸਿੱਖਿਆ ਜਿਹੜੀ ਉੱਤਰ ਵੈਦਿਕ ਕਾਲ ਦੇ ਵਿੱਚ ਆ ਉਹ ਵੀ ਪੂਰਵ ਵੈਦਿਕ ਕਾਲ ਵਾਲੀ ਸਿੱਖਿਆ ਸੀ। ਪਹਿਰਾਵਾ ਸਾਦਾ ਸੀਗਾ, ਜਿਹਦੇ ਵਿੱਚ ਸੂਤੀ, ਉੱਨੀ ਅਤੇ ਰੇਸ਼ਮੀ ਕੱਪੜੇ ਜਾਂ ਹਾਰ ਸ਼ਿੰਗਾਰ ਪੁਰਸ਼ ਅਤੇ ਇਸਤਰੀਆਂ ਦਾ ਜਿਹੜੇ ਹਾਰ ਸ਼ਿੰਗਾਰ ਦੇ ਸੀਗੇ ਉਹ ਚੱਲਦਾ ਹੁੰਦਾ ਸੀਗਾ। ਤਾਂ ਉਹੀ ਸੇਮ ਹੈ ਜਿਹੜਾ ਉਹ ਉੱਤਰ ਵੈਦਿਕ ਕਾਲ ਦੇ ਵਿੱਚ ਵੀ ਪਹਿਰਾਵਾ ਉਹੀ ਹੈ, ਸੂਤੀ, ਉੱਨੀ, ਰੇਸ਼ਮੀ ਕੱਪੜਿਆਂ ਵਾਲਾ। ਖਾਣਾ ਪੀਣਾ ਵੀ ਸਾਦਾ ਸੀਗਾ ਉਹਨਾਂ ਦਾ, ਸਾਦਾ ਅਤੇ ਸੰਤੁਲਿਤ ਭੋਜਨ ਸੀ ਜਿਹੜਾ ਉਹ
ਖਾਂਦੇ ਸੀਗੇ ਪੂਰਵ ਵੈਦਿਕ ਕਾਲ ਦੇ ਵਿੱਚ। ਕਣਕ, ਜੌਂ, ਚਾਵਲ, ਫਲਾਂ, ਸਬਜ਼ੀਆਂ, ਮੀਟ, ਸੋਮਰਸ ਆਦਿ ਦੀ ਵਰਤੋਂ ਵੀ ਉਹ ਕਰਿਆ ਕਰਦੇ ਸੀਗੇ। ਤਾਂ ਉੱਤਰ ਵੈਦਿਕ ਕਾਲ ਦੇ ਵਿੱਚ ਜਾ ਕੇ ਉਹ ਮਾਸ ਦੀ ਵਰਤੋਂ ਸੀ ਜਿਹੜੀ ਉਹ ਘਟਾ ਦਿੱਤੀ ਸੀ ਉਹਨਾਂ ਨੇ। ਬਾਕੀ ਸੇਮ ਹੀ ਰਿਹਾ, ਮਾਸ ਸੀ ਜਿਹੜਾ ਉਹ ਘੱਟ ਖਾਣ ਲੱਗ ਗਏ ਸੀ। ਤਾਂ ਮਨੋਰੰਜਨ ਕਿਸ ਤਰ੍ਹਾਂ ਕਰਦੇ ਸੀ ਪੂਰਵ ਵੈਦਿਕ ਕਾਲ ਵਾਲੇ 1500 ਤੋਂ ਲੈ ਕੇ 1000 BC ਵਾਲੇ? ਤਾਂ ਰੱਥ ਦੌੜਾਂ ਜਿਹੜਾ ਮੁੱਖ ਸੀਗਾ ਉਹਨਾਂ ਦਾ, ਰੱਥ ਦੌੜਾਂ ਕਰਨੀਆਂ, ਜਾਂ ਗਾਣਿਆਂ ਦੇ ਵੀ ਸ਼ੌਂਕ ਸੀਗਾ ਉਹਨਾਂ ਨੂੰ ਬਹੁਤ ਜ਼ਿਆਦਾ, ਘੋੜ ਦੌੜ ਅਤੇ ਜੂਆ। ਇਹ 4-5 ਚੀਜ਼ਾਂ ਸੀ ਜਿਹੜੀਆਂ ਉਹਨਾਂ ਦਾ ਮਨੋਰੰਜਨ ਦਾ ਸਾਧਨ ਸੀ। ਅਤੇ ਉੱਤਰ ਵੈਦਿਕ ਕਾਲ ਦੇ ਵਿੱਚ ਵੀ ਇਹੀ ਸਾਧਨ ਰਿਹਾ ਮਨੋਰੰਜਨ ਦਾ ਉਹਨਾਂ ਦਾ। ਇਸ ਤਰ੍ਹਾਂ ਅਸੀਂ 2 ਪਾਰਟ ਜਿਹੜੇ ਕੰਪਲੀਟ ਕੀਤੇ ਆ, ਰਾਜਨੀਤਿਕ ਜੀਵਨ ਅਤੇ ਇਹਨਾਂ ਦਾ ਸਮਾਜਿਕ ਜੀਵਨ। ਨੈਕਸਟ ਜਿਹੜੀ ਵੀਡੀਓ ਹੋਊਗੀ ਉਹ ਇਹਨਾਂ ਦਾ ਧਾਰਮਿਕ ਅਤੇ ਆਰਥਿਕ ਜੀਵਨ ਹੋਊਗਾ। ਤਾਂ ਇਸ ਦਾ ਜਿਹੜਾ ਸਕਰੀਨਸ਼ਾਟ ਆ ਤੁਸੀਂ ਲੈ ਸਕਦੇ ਹੋ। ਤਾਂ ਇਸ ਤੋਂ ਅਗਲੀ ਵੀਡੀਓ 'ਚ ਅਸੀਂ ਪੂਰਾ ਲੈਸਨ ਹੈ ਜਿਹੜਾ ਕੰਪਲੀਟ ਕਰਾਵਾਂਗੇ। ਥੈਂਕਸ, ਹੈਵ ਏ ਨਾਈਸ ਡੇ।